नेहा तू चुपचाप ਇੱਥੇ ਬੈਠੀ ਹੈ, ਕੀ ਗੱਲ ਹੈ? ਬੋਲਦੀ ਕਿਉਂ ਨਹੀਂ? ਰੇਸ ਦੀ ਪ੍ਰੈਕਟਿਸ ਵਿੱਚ ਹਿੱਸਾ ਨਹੀਂ ਲੈਣਾ? ਜਾਣਦੀ ਹੈ ਨਾ ਅਗਲੇ ਹਫਤੇ ਹੀ ਹੈ ਸਪੋਰਟਸ ਡੇ। ਪਤਾ ਨਹੀਂ ਸੋਨੀਆ, ਮੇਰੇ ਨਾਲ ਕੀ ਹੋ ਰਿਹਾ ਹੈ। ਏਦਾਂ ਪਹਿਲਾਂ ਕਦੇ ਨਹੀਂ ਹੋਇਆ। ਕੀ ਪਹਿਲਾਂ ਕਦੇ ਨਹੀਂ ਹੋਇਆ? ਕੀ ਦੱਸਾਂ ਤੈਨੂੰ, ਕੱਲ ਸ਼ਾਮ ਤੋਂ ਹੀ ਹੋ ਰਿਹਾ ਹੈ। ਮੈਨੂੰ ਆਪਣੇ ਆਪ ਤੋਂ ਘਿਨ ਆ ਰਹੀ ਹੈ। ਲੱਗਦਾ ਮੈਨੂੰ ਕੋਈ ਬਿਮਾਰੀ ਲੱਗ ਗਈ ਹੈ। ਪਤਾ ਨਹੀਂ ਕੀ ਵਗ ਰਿਹਾ ਹੈ। ਮੇਰਾ ਕੁਝ ਵੀ ਕਰਨ ਦਾ ਦਿਲ ਨਹੀਂ ਕਰ ਰਿਹਾ। ਕੱਪੜਾ ਨੂੰ ਵੀ ਦਾਗ ਲੱਗ ਰਿਹਾ। ਮੈਂ ਸਮਝ ਗਈ, ਪਰ ਤੂੰ ਪਰੇਸ਼ਾਨ ਕਿਉਂ ਹੋ ਰਹੀ ਹੈ? ਇਹ ਤਾਂ ਸਾਰੀਆਂ ਕੁੜੀਆਂ ਨਾਲ ਹੀ ਹੁੰਦਾ ਹੈ ਇਸ ਉਮਰ 'ਚ। ਸਾਰਿਆਂ ਦੇ ਨਾਲ ਹੁੰਦਾ ਹੈ? ਕੀ ਇਹ ਤੇਰੇ ਨਾਲ ਵੀ? ਹਾਂ, 3 ਮਹੀਨਿਆਂ ਪਹਿਲਾਂ ਹੀ ਮੈਨੂੰ ਵੀ ਸ਼ੁਰੂ ਹੋਇਆ ਸੀ। ਉਦੋਂ ਤੋਂ ਹਰ ਮਹੀਨੇ ਹੁੰਦਾ ਹੈ। ਕੀ ਤੈਨੂੰ ਇਹ ਸਭ ਅਜੀਬ ਨਹੀਂ ਲੱਗਦਾ? ਕਿ ਤੈਨੂੰ ਫਿਕਰ ਨਹੀਂ ਹੁੰਦੀ? ਨਹੀਂ, ਬਿਲਕੁਲ ਵੀ ਨਹੀਂ ਹੁੰਦੀ। ਤੂੰ ਕਹਿ ਰਹੀ ਹੈ ਤੇ ਮੈਂ ਤੇਰੀ ਗੱਲ ਮੰਨ ਲਵਾਂ? ਅੱਛਾ ਨਾ ਮੰਨ, ਪਰ ਆਸ਼ਾ ਦੀਦੀ ਦੀ ਗੱਲ ਤਾਂ ਮੰਨ ਲੇਂਗੀ ਨਾ। ਉਹਨਾਂ ਨੇ ਤੈਨੂੰ ਇਹ ਸਭ ਬਾਰੇ ਦੱਸਿਆ ਹੈ? ਸਿਰਫ ਮੈਨੂੰ ਨਹੀਂ, ਬਸਤੀ ਦੀ ਕਈ ਕੁੜੀਆਂ ਨੂੰ ਉਹਨਾਂ ਨੇ ਦੱਸਿਆ ਇਹਦੇ ਬਾਰੇ ਵਿੱਚ। ਤੂੰ ਵੀ ਦੀਦੀ ਕੋਲ ਚੱਲ ਮੇਰੇ ਨਾਲ। ਉਹ ਤਾਂ ਬਹੁਤ ਚੰਗੇ ਨੇ, ਸਾਰਿਆਂ ਨਾਲ ਪਿਆਰ ਨਾਲ ਗੱਲ ਕਰਦੇ ਨੇ। ਤੇ ਉਹ ਮੇਰੀ ਚਿੰਤਾ ਵੀ ਦੂਰ ਕਰ ਦੇਣਗੇ? ਹਾਂ, ਤੂੰ ਚੱਲ ਤਾਂ ਸਹੀ ਮੇਰੇ ਨਾਲ। ਨਹੀਂ, ਮੈਂ ਤਾਂ ਆਪਣੀ ਮੰਮੀ ਨਾਲ ਜਾਵਾਂਗੀ। ਹਾਂ, ਚਾਚੀ ਜੀ ਨੂੰ ਵੀ ਲੈ ਆਈ। ਸ਼ਾਮ ਨੂੰ ਮੈਂ ਵੀ ਮਿਲਾਂਗੀ ਤੈਨੂੰ ਦੀਦੀ ਦੇ ਦਫ਼ਤਰ ਵਿੱਚ। ਜੇਕਰ ਇਹ ਸਭ ਹੋਇਆ ਸੀ ਤਾਂ ਮੈਨੂੰ ਦੱਸਦੀ, ਮੈਂ ਤੈਨੂੰ ਤਰੀਕਾ ਦੱਸਦੀ। ਦੱਸ ਤੂੰ ਪਹਿਲਾਂ ਮੈਨੂੰ ਕਿਉਂ ਨਹੀਂ ਦੱਸਿਆ? ਤੁਹਾਨੂੰ ਦੱਸਣ 'ਚ ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਤੇ ਹੁਣ ਉਸ ਦੀਦੀ ਦੇ ਕੋਲ ਜਾਣ 'ਚ ਤੈਨੂੰ ਸ਼ਰਮ ਨਹੀਂ ਆਏਗੀ? ਉਹ ਤਾਂ ਸੋਨੀਆ ਨੇ ਮੈਨੂੰ ਕਿਹਾ ਕਿ ਦੀਦੀ ਇਸ ਬਾਰੇ ਪੂਰੀ ਜਾਣਕਾਰੀ ਦੇਣਗੇ। ਚੰਗਾ, ਪਹਿਲਾਂ ਮੇਰੀ ਗੱਲ ਸੁਣ। ਜਦੋਂ ਤੱਕ ਇਹ ਬੰਦ ਨਾ ਹੋ ਜਾਏ ਤੂੰ ਰਸੋਈ ਵਿੱਚ ਨਹੀਂ ਆਏਂਗੀ। ਇਹਨਾਂ ਦਿਨਾਂ ਵਿੱਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਕਿਉਂ ਮੰਮੀ? ਕੀ ਹੋਇਆ ਮਧੂ ਭਾਬੀ ਜੀ? ਨੇਹਾ ਰਸੋਈ 'ਚ ਕਿਉਂ ਨਹੀਂ ਜਾਏਗੀ? ਆ ਜਾ ਭੈਣਾ, ਆ ਜਾ ਬੈਠ। ਦੱਸੋ ਤਾਂ ਸਹੀ, ਕੀ ਹੋਇਆ? ਨਾ ਪੁੱਛ ਭੈਣਾ, ਇਹਨੂੰ ਮਹੀਨਾ ਸ਼ੁਰੂ ਹੋ ਗਿਆ ਹੈ। ਹੁਣ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਏਗਾ ਨਾ। ਨਹੀਂ ਭਾਬੀ ਜੀ, ਇਹ ਸਭ ਗਲਤ ਹੈ। ਗਲਤ ਹੈ? ਹਾਂ ਭਾਬੀ ਜੀ, ਦੀਦੀ ਵੱਲੋਂ ਦਿੱਤੀ ਗਈ ਜਾਣਕਾਰੀ ਨੇ ਮੇਰੀ ਸੋਚ ਤੇ ਜ਼ਿੰਦਗੀ ਦੋਨੋਂ ਬਦਲ ਦਿੱਤੇ ਆ। ਅੱਛਾ, ਉਸੇ ਦੀਦੀ ਕੋਲ ਜਾਣ ਲਈ ਨੇਹਾ ਵੀ ਕਹਿ ਰਹੀ ਸੀ ਮੈਨੂੰ। ਤਾਂ ਮੰਨ ਲਿਓ ਨਾ ਨੇਹਾ ਦੀ ਗੱਲ। ਜਾਣਕਾਰੀ ਲੈਣ 'ਚ ਕੋਈ ਹਰਜ਼ ਨਹੀਂ ਹੈ। ਤੇ ਅੱਜ ਸ਼ਾਮ ਨੂੰ ਹੀ ਨੇਹਾ ਨੂੰ ਨਾਲ ਲੈ ਕੇ ਜਾਓ, ਦੀਦੀ ਨੂੰ ਮਿਲ ਲਓ। ਠੀਕ ਹੈ ਨੇਹਾ, ਆਪਾਂ ਸ਼ਾਮ ਨੂੰ ਜ਼ਰੂਰ ਜਾਵਾਂਗੇ ਆਸ਼ਾ ਦੀਦੀ ਕੋਲ। ਮਧੂ ਭੈਣ ਜੀ, ਤੁਸੀਂ ਚੰਗਾ ਕੀਤਾ ਜੋ ਤੁਸੀਂ ਨੇਹਾ ਨੂੰ ਲੈ ਕੇ ਆ ਗਏ। ਇਹਦੇ ਲਈ ਵੀ ਮੈਨੂੰ ਨੇਹਾ ਨੇ ਹੀ ਤਿਆਰ ਕੀਤਾ ਸੀ ਦੀਦੀ। ਮੈਨੂੰ ਨੇਹਾ ਦੇ ਬਾਰੇ ਸੋਨੀਆ ਨੇ ਦੱਸਿਆ ਸੀ। ਨੇਹਾ ਵਰਗੀ ਕੁੜੀਆਂ ਨੂੰ ਇਹਦੇ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਤਾਂ ਇਹਨਾਂ ਕੁਝ ਦੱਸਿਆ ਹੀ ਨਹੀਂ। ਤੁਹਾਨੂੰ ਪਹਿਲਾਂ ਹੀ ਨੇਹਾ ਨੂੰ ਦੱਸ ਦੇਣਾ ਚਾਹੀਦਾ ਸੀ ਤਾਂ ਜੋ ਉਹਨੂੰ ਇਹ ਫਿਜ਼ੂਲ ਦੀ ਚਿੰਤਾ ਤੇ ਪਰੇਸ਼ਾਨੀ ਨਾ ਹੁੰਦੀ। ਮੈਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ। ਹਾਂ ਮਧੂ ਭੈਣ ਜੀ, ਜਦੋਂ ਇੱਕ ਕੁੜੀ ਔਲਾਦਪਨ ਚ ਆਂਦੀ ਹੈ ਨਾ, ਉਦੋਂ ਮਾਂ ਜਾਂ ਵੱਡੀ ਭੈਣ ਦਾ ਫਰਜ਼ ਹੁੰਦਾ ਹੈ ਕਿ ਉਹ ਕੁੜੀ ਨੂੰ ਮਾਂਵਾਰੀ ਬਾਰੇ ਦੱਸੇ, ਉਹਨੂੰ ਮਾਨਸਿਕ ਰੂਪ ਤੋਂ ਇਹਦੇ ਲਈ ਤਿਆਰ ਕਰੇ ਤਾਂ ਜੋ ਇੱਕ ਕੁੜੀ ਇਹਨੂੰ ਆਮ ਤੌਰ ਨਾਲ ਸਵੀਕਾਰ ਕਰੇ, ਉਹਨੂੰ ਕੋਈ ਟੈਨਸ਼ਨ ਜਾਂ ਉਲਝਣ ਨਾ ਹੋਵੇ। ਤੁਸੀਂ ਠੀਕ ਕਿਹਾ ਦੀਦੀ, ਹੁਣ ਤੁਸੀਂ ਹੀ ਇਹਨੂੰ ਸਹੀ ਤਰ੍ਹਾਂ ਸਮਝਾ ਦਿਓ। ਵੇਖੋ ਨੇਹਾ, ਮੇਰੀ ਗੱਲ ਧਿਆਨ ਨਾਲ ਸੁਣੋ ਤੇ ਸਮਝੋ। ਕੋਈ ਵੀ ਕੁੜੀ ਜਦੋਂ ਔਲਾਦਪਨੇ 'ਚ ਆਉਂਦੀ ਹੈ ਨਾ, ਤਾਂ ਉਹਦੇ ਸਰੀਰ 'ਚ ਕੁਝ ਬਦਲਾਵ ਆਉਣ ਲੱਗ ਜਾਂਦੇ ਆ। ਜਿੱਦਾਂ ਵਜ਼ਨ ਵਧਣਾ ਹੈ, ਲੰਬਾਈ ਵੱਧਦੀ ਹੈ, ਆਵਾਜ਼ ਬਦਲ ਜਾਂਦੀ ਹੈ, ਸਰੀਰ ਦੇ ਗੁਪਤ ਅੰਗਾਂ 'ਚ ਵਾਲ ਆਉਣ ਲੱਗਦੇ ਆ ਤੇ ਛਾਤੀ ਦਾ ਵਿਕਾਸ ਹੁੰਦਾ ਹੈ। ਲੇਕਿਨ ਇਹ ਸਭ ਬਦਲਾਵ ਬਾਹਰੀ ਹੁੰਦੇ ਆ ਜੋ ਵੇਖੇ ਜਾ ਸਕਦੇ ਨੇ, ਪਰ ਇਹਨਾਂ ਤੋਂ ਇਲਾਵਾ ਸਰੀਰ 'ਚ ਕੁਝ ਅੰਦਰੂਨੀ ਬਦਲਾਵ ਵੀ ਹੁੰਦੇ ਆ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਇਹ ਅੰਦਰੂਨੀ ਬਦਲਾਵ ਕਿਹੜੇ ਹੁੰਦੇ ਆ ਦੀਦੀ? ਵੇਖੋ, ਅਲਾਪਣੇ 'ਚ ਪਹੁੰਚਣ ਤੇ ਹਰ ਕੁੜੀ ਦੀ ਦਿਮਾਗ ਦੀ ਇੱਕ ਖਾਸ ਗ੍ਰੰਥੀ ਯਾਨੀ ਪਿਟਿਊਟਰੀ ਗਲੈਂਡ 'ਚ ਇੱਕ ਹਾਰਮੋਨ ਪੈਦਾ ਹੋਣ ਲੱਗਦਾ ਹੈ ਜੋ ਖੂਨ ਦੇ ਦੌਰੇ ਦੇ ਨਾਲ ਅੰਡਾਸ਼ਯ ਯਾਨੀ ਓਵਰੀ 'ਚ ਪਹੁੰਚਦਾ ਹੈ। ਇਹ ਅੰਡਾਸ਼ਯ ਜਾਂ ਓਵਰੀ ਗਰਭਾਸ਼ਯ ਨਾਲੀ ਯਾਨੀ ਫੈਲੋਪੀਅਨ ਟਿਊਬ ਦੁਆਰਾ ਬੱਚੇਦਾਨੀ ਯਾਨੀ ਯੂਟਰਸ ਦੇ ਅੱਗੇ ਯੋਨੀ ਮਾਰਗ ਯਾਨੀ ਵਜਾਈਨਾ ਨਾਲ ਜੁੜੇ ਹੁੰਦੇ ਆ। ਅੰਡਾਸ਼ਯ ਯਾਨੀ ਓਵਰੀਜ਼ 'ਚ ਬਹੁਤ ਸਾਰੇ ਅੰਡੇ ਹੁੰਦੇ ਆ ਜੋ ਕਿ ਬਹੁਤ ਬਾਰੀਕ ਹੁੰਦੇ ਆ। ਇਹਦੇ ਤੋਂ ਇਲਾਵਾ ਅੰਡਾਸ਼ਯ ਤੋਂ ਇੱਕ ਖਾਸ ਤਰ੍ਹਾਂ ਪਦਾਰਥ ਬੱਚੇਦਾਨੀ ਤੱਕ ਪਹੁੰਚਦਾ ਹੈ ਤੇ ਉਸ ਨੂੰ ਮਜ਼ਬੂਤੀ ਦਿੰਦਾ ਹੈ। ਹਰ ਮਹੀਨੇ ਅੰਡਾਸ਼ਯ ਤੋਂ ਕੁਝ ਅੰਡੇ ਵਿਕਸਿਤ ਹੋ ਕੇ ਬੱਚੇਦਾਨੀ ਪਹੁੰਚਦੇ ਆ। ਆਮ ਤੌਰ ਤੇ ਮਾਹਵਾਰੀ ਚੱਕਰ ਯਾਨੀ ਮੈਂਸਟ੍ਰੂਏਸ਼ਨ ਸਾਈਕਲ ਦੇ ਵਿਚਕਾਰ ਹੁੰਦਾ ਹੈ। ਜੇਕਰ ਇਹਨਾਂ ਵਿੱਚੋਂ ਕਿਸੇ ਅੰਡੇ ਦਾ ਪੁਰਸ਼ ਸ਼ੁਕਰਾਣੂ ਯਾਨੀ ਸਪਰਮ ਦੇ ਨਾਲ ਮੇਲ ਹੋ ਜਾਏ ਤਾਂ ਉਹ ਭਰੂਣ ਯਾਨੀ ਫੀਟਸ ਦੇ ਰੂਪ 'ਚ ਪਲਣ ਲੱਗਦਾ ਹੈ। ਜੇਕਰ ਏਦਾਂ ਨਾ ਹੋਵੇ ਤਾਂ ਇਹ ਅੰਡੇ ਤੇ ਬੱਚੇਦਾਨੀ ਨੂੰ ਮਜ਼ਬੂਤੀ ਦੇਣ ਵਾਲਾ ਪਦਾਰਥ ਯੋਨੀ ਮਾਰਗ ਯਾਨੀ ਵਜਾਈਨਾ ਬਾਹਰ ਨਿਕਲ ਜਾਂਦਾ ਹੈ ਅਤੇ ਇਹੀ ਮਾਹਵਾਰੀ ਹੁੰਦੀ ਹੈ। ਤਾਂ ਅਸੀਂ ਜਾਣਿਆ ਕਿ ਇਹ ਅੰਦਰੂਨੀ ਬਦਲਾਵ ਦੇ ਕਾਰਨ ਮਾਹਵਾਰੀ ਹੁੰਦੀ ਹੈ।
ਅਤੇ ਇਹ ਮਾਹਵਾਰੀ 3 ਤੋਂ 7 ਦਿਨਾਂ ਤੱਕ ਚੱਲਦੀ ਹੈ। ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਜਾਂ ਘੱਟ ਦਿਨਾਂ ਲਈ ਵੀ ਹੋ ਸਕਦੀ ਹੈ। ਹਾਂਜੀ, ਇਹ ਤਾਂ ਸਾਰੀਆਂ ਕੁੜੀਆਂ ਨੂੰ ਹੁੰਦਾ ਹੈ। ਹਾਂ ਮਧੂ ਭੈਣ ਜੀ, ਜਦੋਂ ਮਾਹਵਾਰੀ ਨਿਯਮਿਤ ਹੋ ਜਾਂਦੀ ਹੈ ਤਾਂ ਇਹਨੂੰ ਮਹੀਨਾ ਜਾਂ ਮੈਂਸਸ ਯਾਨੀ ਮੈਂਸਟ੍ਰੂਏਸ਼ਨ ਸਾਈਕਲ ਕਿਹਾ ਜਾਂਦਾ ਹੈ। ਮੈਂਸਸ ਦਾ ਸਹੀ ਵਕਤ ਤੇ ਆਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਰੀਰ ਦੇ ਖਾਸ ਅੰਗ ਠੀਕ ਕੰਮ ਕਰ ਰਹੇ ਨੇ। ਮੈਂਸਸ ਸਰੀਰ ਨੂੰ ਤੰਦਰੁਸਤ ਰੱਖਣ ਲਈ ਇੱਕ ਖਾਸ ਰਸਾਇਣ ਯਾਨੀ ਕੈਮੀਕਲ ਪੈਦਾ ਕਰਦਾ ਹੈ ਜਿਸ ਨੂੰ ਹਾਰਮੋਨਸ ਕਹਿੰਦੇ ਆ। ਇਹ ਹਾਰਮੋਨਸ ਹਰ ਮਹੀਨੇ ਬੱਚਾ ਹੋਣ ਦੀ ਸੰਭਾਵਨਾ ਵੀ ਪੈਦਾ ਕਰਦੇ ਹਨ। ਦੀਦੀ, ਮਾਹਵਾਰੀ ਚੱਕਰ ਨੂੰ ਕਿੱਦਾਂ ਗਿਣਿਆ ਜਾਂਦਾ ਹੈ? ਨੇਹਾ, ਮਾਹਵਾਰੀ ਚੱਕਰ ਨੂੰ ਪਹਿਲੀ ਮਾਹਵਾਰੀ ਦੇ ਪਹਿਲੇ ਦਿਨ ਤੋਂ ਅਗਲੀ ਮਾਹਵਾਰੀ ਦੇ ਪਹਿਲੇ ਦਿਨ ਤੱਕ ਗਿਣਿਆ ਜਾਂਦਾ ਹੈ। ਆਮ ਤੌਰ ਤੇ ਮਾਹਵਾਰੀ ਚੱਕਰ 28 ਦਿਨਾਂ ਦਾ ਹੁੰਦਾ ਹੈ, ਲੇਕਿਨ ਬਾਲਿਗ ਅਵਸਥਾ 'ਚ 21 ਤੋਂ 35 ਦਿਨ ਤੇ ਕਿਸ਼ੋਰ ਅਵਸਥਾ 'ਚ 26 ਤੋਂ 32 ਦਿਨ ਵੀ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ ਦੀਦੀ, ਮਾਹਵਾਰੀ ਸ਼ੁਰੂ ਹੋਣ ਦੀ ਤਾਰੀਖ ਬਦਲ ਵੀ ਸਕਦੀ ਹੈ। ਨੇਹਾ, ਜਿੱਦਾਂ ਕਿ ਮੈਂ ਕਿਹਾ ਕਿ ਇੱਕ ਮਾਹਵਾਰੀ ਖਤਮ ਹੋਣ ਦੇ 28 ਦਿਨਾਂ ਤੋਂ ਬਾਅਦ ਅਗਲੀ ਮਾਹਵਾਰੀ ਹੁੰਦੀ ਹੈ, ਪਰ ਸ਼ੁਰੂਆਤ 'ਚ ਇਹ ਜਲਦੀ ਜਾਂ ਦੇਰ 'ਚ ਵੀ ਹੋ ਸਕਦੀ ਹੈ। ਇਸ ਤੋਂ ਘਬਰਾਣਾ ਨਹੀਂ ਚਾਹੀਦਾ, ਇਹ ਬਾਅਦ 'ਚ ਨਿਯਮਿਤ ਹੋ ਜਾਂਦੀ ਹੈ। ਹਰ ਕੁੜੀ ਨੂੰ ਆਪਣੀ ਮਾਹਵਾਰੀ ਦਾ ਇੱਕ ਕੈਲੰਡਰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਮਾਹਵਾਰੀ ਦੇ ਸਮੇਂ ਤੇ ਇਹਦੇ ਦਿਨਾਂ ਦਾ ਖਿਆਲ ਰੱਖਿਆ ਜਾ ਸਕੇ। ਇਦਾਂ ਕਰਨ ਤੇ ਮਾਹਵਾਰੀ ਚੱਕਰ 'ਚ ਆਉਣ ਵਾਲੇ ਕਿਸੇ ਵੀ ਅਜੀਬ ਬਦਲਾਵ ਬਾਰੇ ਅਸੀਂ ਡਾਕਟਰ ਤੋਂ ਜਾਂਚ ਕਰਾ ਸਕਦੇ ਹਾਂ। ਤਾਂ ਅਸੀਂ ਜਾਣਿਆ ਕਿ ਮਾਹਵਾਰੀ ਤੁਹਾਡੇ ਸਵਾਸਥ ਵਿਕਾਸ ਦੀ ਨਿਸ਼ਾਨੀ ਹੈ। ਇਹ ਇੱਕ ਆਮ ਗੱਲ ਹੈ। ਇਸ ਤੋਂ ਨਾ ਤੇ ਘਬਰਾਉਣ ਤੇ ਨਾ ਹੀ ਸ਼ਰਮਸਾਰ ਹੋਣ ਦੀ ਜ਼ਰੂਰਤ ਹੈ। ਦੀਦੀ, ਮਾਹਵਾਰੀ ਆਉਣ ਦਾ ਇਹ ਮਤਲਬ ਵੀ ਤਾਂ ਹੁੰਦਾ ਹੈ ਕਿ ਇੱਕ ਕੁੜੀ ਹੁਣ ਮਾਂ ਬਣ ਸਕਦੀ ਹੈ। ਹਾਂ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਮਾਹਵਾਰੀ ਸ਼ੁਰੂ ਹੁੰਦਿਆਂ ਹੀ ਇੱਕ ਕੁੜੀ ਦਾ ਵਿਆਹ ਕਰ ਦਿੱਤਾ ਜਾਏ। ਕਿਸੇ ਵੀ ਕੁੜੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ। 18 ਸਾਲ ਦੀ ਉਮਰ ਤੋਂ ਬਾਅਦ ਹੀ ਇੱਕ ਕੁੜੀ ਸ਼ਾਰੀਰਿਕ ਅਤੇ ਮਾਨਸਿਕ ਰੂਪ ਤੋਂ ਵਿਆਹ ਲਈ ਤਿਆਰ ਹੁੰਦੀ ਹੈ। ਸਮਝ ਗਈ ਦੀਦੀ, ਮੈਂ ਤਾਂ ਏਦਾਂ ਕਦੇ ਨਹੀਂ ਕਰਾਂਗੀ। ਦੀਦੀ, ਕੀ ਮੈਨੂੰ ਮੁੰਡਿਆਂ ਤੋਂ ਦੂਰ ਬਹਿਣਾ ਚਾਹੀਦਾ ਹੈ? ਉਹ ਕਿਉਂ ਨੇਹਾ? ਜੇ ਕਿਸੇ ਮੁੰਡੇ ਨੇ ਮੈਨੂੰ ਛੂ ਲਿਆ ਤੇ ਮੈਂ ਮਾਂ ਬਣ ਗਈ ਤਾਂ? ਇਹ ਗਲਤ ਹੈ। ਇਹ ਸਹੀ ਹੈ ਕਿ ਪੁਰਸ਼ ਅਤੇ ਔਰਤ ਦੇ ਮਿਲਣ ਨਾਲ ਹੀ ਬੱਚਾ ਹੁੰਦਾ ਹੈ, ਲੇਕਿਨ ਛੂਹਣ ਨਾਲ ਨਹੀਂ ਹੁੰਦਾ ਹੈ। ਤੁਹਾਡੀ ਗਲਤਫਹਿਮੀ ਮਿਟਾਉਣ ਲਈ ਮੈਂ ਤੁਹਾਨੂੰ ਸਹੀ ਜਾਣਕਾਰੀ ਦਿੰਦੀ ਹਾਂ। ਵੇਖੋ, ਔਰਤ ਦਾ ਗਰਭ ਉਦੋਂ ਹੀ ਠਹਿਰਦਾ ਹੈ ਜਦੋਂ ਔਰਤ ਦੇ ਅੰਡਾਸ਼ਯ 'ਚ ਪੈਦਾ ਹੋਏ ਅੰਡੇ ਦਾ ਮਿਲਨ ਪੁਰਸ਼ ਦੀ ਸ਼ੁਕਰਾਣੂ ਨਾਲ ਹੁੰਦਾ ਹੈ। ਇਹ ਮਿਲਨ ਅੰਡਾਸ਼ਯ ਨਾਲੀ ਯਾਨੀ ਫੈਲੋਪੀਅਨ ਟਿਊਬ 'ਚ ਹੁੰਦਾ ਹੈ ਅਤੇ ਸ਼ਾਰੀਰਿਕ ਸੰਬੰਧ ਬਣਾਉਣ ਨਾਲ ਹੁੰਦਾ ਹੈ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਇੱਕ ਵਾਰ ਵੀ ਸ਼ਾਰੀਰਿਕ ਸੰਬੰਧ ਬਣਾਉਣ ਨਾਲ ਬੱਚਾ ਹੋ ਸਕਦਾ ਹੈ। ਕਿਉਂ ਨੇਹਾ, ਹੁਣ ਤੁਹਾਡੀ ਗਲਤਫਹਿਮੀ ਦੂਰ ਹੋ ਗਈ ਨਾ? ਦੀਦੀ, ਤੁਸੀਂ ਨੇਹਾ ਨੂੰ ਮਾਹਵਾਰੀ ਵੇਲੇ ਸਾਫ਼ ਸਫਾਈ ਬਾਰੇ ਦੱਸੋ ਨਾ, ਜਿੱਦਾਂ ਸਾਨੂੰ ਸਾਰਿਆਂ ਨੂੰ ਦੱਸਿਆ ਸੀ। ਹਾਂ ਨੇਹਾ, ਮਾਹਵਾਰੀ ਵੇਲੇ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੋਈ ਸੰਕ੍ਰਮਣ ਯਾਨੀ ਇਨਫੈਕਸ਼ਨ ਹੋ ਸਕਦਾ ਹੈ। ਇਸ ਬਾਰੇ ਤੁਹਾਡੇ ਮਾਤਾ ਜੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਮਾਹਵਾਰੀ ਵੇਲੇ ਕੁੜੀ ਨੂੰ ਰੋਜ਼ ਗੁਨਗੁਨੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਯੋਨੀ ਯਾਨੀ ਵਜਾਈਨਾ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ। ਅੰਦਰੂਨੀ ਕੱਪੜੇ ਰੋਜ਼ ਬਦਲਨੇ ਚਾਹੀਦੇ ਆ। ਪਰ ਮਾਹਵਾਰੀ ਵਿੱਚ ਸਭ ਤੋਂ ਵਧੀਆ ਤਰੀਕਾ ਹੈ ਸੈਨੇਟਰੀ ਪੈਡਸ ਦਾ ਇਸਤੇਮਾਲ ਕਰਨਾ। ਹਰ 4 ਤੋਂ 6 ਘੰਟੇ 'ਚ ਨੈਪਕਿਨ ਯਾਨੀ ਪੈਡ ਨੂੰ ਬਦਲਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦਾ ਪੈਡ ਜ਼ਰੂਰ ਬਦਲਣਾ ਚਾਹੀਦਾ ਹੈ। ਦੀਦੀ, ਕੀ ਇਹਦੇ ਲਈ ਕੱਪੜੇ ਦਾ ਇਸਤੇਮਾਲ ਕਰ ਸਕਦੇ ਹਾਂ? ਹਾਂ, ਕਰ ਸਕਦੇ ਹਾਂ, ਲੇਕਿਨ ਉਹ ਕੱਪੜਾ ਸਾਫ਼, ਧੋਇਆ ਹੋਇਆ ਅਤੇ ਧੁੱਪ 'ਚ ਸੁਕਾਇਆ ਹੋਇਆ ਹੋਣਾ ਚਾਹੀਦਾ ਹੈ। ਜੇਕਰ ਉਸੇ ਕੱਪੜੇ ਨੂੰ ਫੇਰ ਤੋਂ ਇਸਤੇਮਾਲ ਕਰਨਾ ਹੈ ਤਾਂ ਉਹਨੂੰ ਸਾਬਣ ਨਾਲ ਧੋ ਕੇ ਧੁੱਪ 'ਚ ਸੁਕਾਉਣਾ ਚਾਹੀਦਾ ਹੈ। ਦੀਦੀ, ਮਾਹਵਾਰੀ ਦੇ ਦੌਰਾਨ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੀ ਕਹਿ ਰਹੇ ਹੋ ਮੰਮੀ? ਕਿੱਦਾਂ ਦੀਆਂ ਮੁਸ਼ਕਿਲਾਂ? ਘਬਰਾਓ ਨਹੀਂ ਨੇਹਾ, ਮਾਹਵਾਰੀ ਦੇ ਦੌਰਾਨ ਪੇਟ ਦੇ ਨਿਚਲੇ ਹਿੱਸੇ 'ਚ ਦਰਦ, ਸਰ ਦਰਦ, ਮਰੋੜ ਜਾਂ ਅਕੜਨ ਯਾਨੀ ਕ੍ਰੈਂਪਿੰਗ ਦੀ ਸ਼ਿਕਾਇਤ ਹੋ ਸਕਦੀ ਹੈ। ਕਦੇ-ਕਦੇ ਜ਼ਿਆਦਾ ਭੁੱਖ ਵੀ ਲੱਗ ਸਕਦੀ ਹੈ ਜਾਂ ਫਿਰ ਕਬਜ਼ ਵੀ ਮਹਿਸੂਸ ਹੋ ਸਕਦੀ ਹੈ। ਇਹ ਸਭ ਆਮ ਹੁੰਦਾ ਹੈ। ਇਹਨਾਂ ਤੋਂ ਘਬਰਾਣਾ ਨਹੀਂ ਚਾਹੀਦਾ ਹੈ ਤੇ ਇਹਨਾਂ ਲਈ ਦਵਾਈ ਨਹੀਂ ਲੈਣੀ ਚਾਹੀਦੀ ਹੈ। ਹਾਂ, ਦਰਦ ਜਾਂ ਤਕਲੀਫ ਵੱਧ ਜਾਏ ਜਾਂ ਬਰਦਾਸ਼ਤ ਨਾ ਕੀਤੀ ਜਾਏ ਤਾਂ ਡਾਕਟਰ ਜਾਂ ਸਵਾਸਥ ਕਾਰਜਕਰਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦੀਦੀ, ਕੀ ਮੈਂ ਮਾਹਵਾਰੀ ਵੇਲੇ ਕੁਝ ਵੀ ਖਾ ਸਕਦੀ ਹਾਂ? ਹਾਂ ਨੇਹਾ, ਤੁਸੀਂ ਘਰ ਦਾ ਬਣਿਆ ਸਭ ਕੁਝ ਖਾ ਸਕਦੇ ਹੋ ਤੇ ਤੁਹਾਨੂੰ ਖਾਣਾ ਵੀ ਚਾਹੀਦਾ ਹੈ। ਮਧੂ ਭੈਣ ਜੀ, ਇਸ ਵੇਲੇ ਤੁਸੀਂ ਨੇਹਾ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਮਿਲੇ ਤੇ ਉਹਦੇ 'ਚ ਹਰੀ ਪੱਤੇਦਾਰ ਸਬਜ਼ੀਆਂ ਜ਼ਰੂਰ ਸ਼ਾਮਿਲ ਹੋਣੀ ਚਾਹੀਦੀ ਹੈ ਕਿਉਂਕਿ ਲੋਹਾ ਤੱਤਵ ਯਾਨੀ ਆਇਰਨ ਦੀ ਬਹੁਤ ਲੋੜ ਹੁੰਦੀ ਹੈ। ਦੀਦੀ, ਇਹਨਾਂ ਦਿਨਾਂ ਵਿੱਚ ਨੇਹਾ ਨੂੰ ਕੁਝ ਸਾਵਧਾਨੀਆਂ ਰੱਖਣੀਆਂ ਪੈਣਗੀਆਂ ਨਾ, ਜਿੱਦਾਂ ਅਚਾਰ ਨਾ ਛੂਣਾ ਵਗੈਰਾ ਵਗੈਰਾ। ਨਹੀਂ ਮਧੂ ਭੈਣ ਜੀ, ਇਹ ਸਭ ਅੰਧ ਵਿਸ਼ਵਾਸ ਹੈ। ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ, ਇਸ ਲਈ ਇਹਨਾਂ ਨੂੰ ਮੰਨਣਾ ਨਹੀਂ ਚਾਹੀਦਾ। ਮਾਹਵਾਰੀ ਵੇਲੇ ਕੁੜੀ ਅਚਾਰ ਨੂੰ ਹੱਥ ਨਾ ਲਾਵੇ, ਰਸੋਈ ਮੰਦਰ 'ਚ ਨਾ ਜਾਵੇ,
ਨਵੇਂ ਕੱਪੜੇ ਨਾ ਪਾਏ, ਚਾਰਪਾਈ ਤੇ ਨਾ ਸੋਵੇ ਜਾਂ ਸਾਰਿਆਂ ਨਾਲ ਨਾ ਖੇਲੇ। ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਬਿਲਕੁਲ ਗਲਤ ਹਨ। ਇਹਨਾਂ ਨੂੰ ਅਪਣਾਉਣ ਲਈ ਇੱਕ ਕੁੜੀ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਹੈ। ਇਹਨਾਂ ਕਰਕੇ ਕੁੜੀ ਦੇ ਮਨ 'ਚ ਹੀਨਤਾ, ਡਰ ਅਤੇ ਅੰਧ ਵਿਸ਼ਵਾਸ ਪੈਦਾ ਹੋ ਜਾਂਦੇ ਨੇ, ਜੋ ਨਾ ਉਸ ਦੀ ਮਨ ਦੀ ਤਾਂ ਨਾ ਹੀ ਉਸ ਦੀ ਸਿਹਤ ਲਈ ਚੰਗੇ ਨੇ। ਹੁਣ ਤਾਂ ਤੇਰੀ ਚਿੰਤਾ ਦੂਰ ਹੋ ਗਈ ਨਾ ਨੇਹਾ? ਦੀਦੀ, ਅੱਜ ਤੁਹਾਡੇ ਤੋਂ ਨੇਹਾ ਨੂੰ ਸਹੀ ਜਾਣਕਾਰੀ ਮਿਲੀ ਹੈ। ਮੇਰੀਆਂ ਵੀ ਅੱਖਾਂ ਖੁੱਲ ਗਈਆਂ। ਤੁਸੀਂ ਜੋ ਦੱਸਿਆ ਹੈ, ਮੈਂ ਉਹਦਾ ਪੂਰਾ ਖਿਆਲ ਰੱਖਾਂਗੀ ਤੇ ਮੈਂ ਆਪਣੀ ਨੇਹਾ ਨੂੰ ਖੁਸ਼ ਅਤੇ ਸਿਹਤਮੰਦ ਰੱਖਾਂਗੀ। ਮੇਰੀ ਨੇਹਾ ਦਾ ਮਨ ਬਦਲਿਆ, ਜ਼ਿੰਦਗੀ ਬਦਲੀ, ਸਿਹਤ ਅਤੇ ਖੁਸ਼ੀਆਂ ਉਸ ਦੀਆਂ ਸਹੇਲੀਆਂ ਬੜੀਆਂ। ਹੁਣ ਪੜ੍ਹਾਈ ਹੋਵੇ ਜਾਂ ਖੇਲ-ਕੂਦ, ਉਹ ਹਮੇਸ਼ਾ ਅੱਗੇ ਰਹਿੰਦੀ ਹੈ। ਸੱਚ ਹੀ ਤਾਂ ਹੈ, ਸਹੀ ਗੱਲਾਂ ਦੀ ਜਾਣਕਾਰੀ ਕੁੜੀਆਂ ਲਈ ਕਿੰਨੀ ਅਮੂਲ ਹੁੰਦੀ ਹੈ। ਮਾਹਵਾਰੀ ਦੇ ਵਿਸ਼ੇ ਬਾਰੇ ਬਹੁਤ ਘੱਟ ਚਰਚਾ ਕੀਤੀ ਜਾਂਦੀ ਹੈ। ਕੁਝ ਤਾਂ ਅਜਿਹੀਆਂ ਮਾਵਾਂ ਵੀ ਹਨ ਜੋ ਆਪਣੀਆਂ ਬੱਚਿਆਂ ਨਾਲ ਇਸ ਬਾਰੇ ਚਰਚਾ ਹੀ ਨਹੀਂ ਕਰਦੀਆਂ, ਜਦੋਂ ਕਿ ਮਾਹਵਾਰੀ ਇੱਕ ਸਰੀਰਕ ਪ੍ਰਕਿਰਿਆ ਦਾ ਅਹਿਮ ਹਿੱਸਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਰੇਕ ਲੜਕੀ ਨੂੰ ਇਸ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਮਾਹਵਾਰੀ ਸੰਬੰਧੀ ਸਫਾਈ ਬਾਰੇ ਮਹੱਤਵਪੂਰਨ ਜਾਣਕਾਰੀ ਨਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਪਿੰਡਾਂ ਅਤੇ ਸਲਮ ਖੇਤਰਾਂ ਵਿੱਚ ਲੜਕੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਾਂ ਸਾਰੇ ਇਸ ਪ੍ਰਤੀ ਜਾਗਰੂਕ ਰਹੀਏ ਅਤੇ ਆਪਣੀ ਬੱਚਿਆਂ ਨੂੰ ਵੀ ਮਹਾਮਾਰੀ ਤੋਂ ਸ਼ਰਮਾਉਣ ਜਾਂ ਝਿਜਕਣ ਨਾ ਦਈਏ, ਸਗੋਂ ਉਹਨਾਂ ਨੂੰ ਸਾਫ਼ ਸਫਾਈ ਅਤੇ ਸਵੱਛ ਸਾਧਨ ਜਿਵੇਂ ਕਿ ਮੁਸਕਾਨ ਸੈਨੀਟਰੀ ਨੈਪਕਿਨ ਦਾ ਪ੍ਰਯੋਗ ਕਰਨਾ ਸਿਖਾਈਏ। ਮਾਹਵਾਰੀ ਬੱਚਿਆਂ ਦੀ ਡਿਵੈਲਪਮੈਂਟ ਦਾ ਇੱਕ ਨਾਰਮਲ ਹਿੱਸਾ ਹੈ। ਇਹ ਨਾਰਮਲ ਫਿਜ਼ੀਓਲੋਜੀ ਹੈ ਤੇ ਕੋਈ ਬਿਮਾਰੀ ਨਹੀਂ ਹੈ, ਲੇਕਿਨ ਇਸ ਦੌਰਾਨ ਸਰੀਰ ਦੀ ਸਾਫ਼ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ। ਗੰਦੇ ਕੱਪੜੇ ਵਰਤੋਂ ਕਰਕੇ ਇਨਫੈਕਸ਼ਨ ਹੋ ਸਕਦੀ ਹੈ ਤੇ ਸਾਫ਼ ਸੈਨੀਟਰੀ ਨੈਪਕਿਨਸ ਯੂਜ਼ ਕੀਤੇ ਜਾਣੇ ਚਾਹੀਦੇ ਨੇ। ਪੰਜਾਬ ਸਰਕਾਰ ਵੱਲੋਂ ਮੈਂਸਟਰੁਅਲ ਹਾਈਜੀਨ ਸਕੀਮ ਕਰਕੇ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਲੜਕੀਆਂ ਲਈ ਸੈਨੀਟਰੀ ਨੈਪਕਿਨਸ ਮੁਸਕਾਨ ਨਾਮ ਦੇ ਇਹ ਇੱਕ ਸਪੈਸ਼ਲ ਰੇਟ ਤੇ ਪ੍ਰੋਵਾਈਡ ਕੀਤੇ ਜਾ ਰਹੇ ਨੇ ਤੇ ਨੇੜੇ ਦੀ ਆਸ਼ਾ ANM ਨੂੰ ਸੰਪਰਕ ਕਰਕੇ ਉਹਦੇ ਕੋਲੋਂ ਇਹ ਸੈਨੀਟਰੀ ਨੈਪਕਿਨਸ ਲਿੱਤੇ ਜਾ ਸਕਦੇ ਨੇ। ਤੇ ਇਹਨਾਂ ਦੇ ਨਾਲ ਹੀ ਮਾਹਵਾਰੀ ਸੰਬੰਧੀ ਜਿੰਨੀਆਂ ਵੀ ਭ੍ਰਾਂਤੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ANM ਤੇ ਆਸ਼ਾ ਨਾਲ ਸਹੀ ਜਾਣਕਾਰੀ ਪ੍ਰਾਪਤ ਕਰਕੇ। ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਸਾਡੀਆਂ ਬੱਚੀਆਂ ਇੱਕ ਖੁੱਲ੍ਹੇ ਵਾਤਾਵਰਣ ਵਿੱਚ ਵੱਡੀਆਂ ਹੋਣ ਅਤੇ ਉਹਨਾਂ ਨੂੰ ਆਪਣੀ ਸਰੀਰ ਦੀ ਸਿਹਤ ਸੰਭਾਲ ਦੀ ਪੂਰੀ ਜਾਣਕਾਰੀ ਹੋਵੇ, ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।